ਦੇ ਸਾਧ ਸੰਗਤ ਜੀ ਮੰਤਰ ਕਰਕੇ, ਜਿਹੜਾ ਗੁਰੂ ਸਾਹਿਬ ਨੇ ਦਿੱਤਾ ਮੰਤਰ, ਵਾਹਿਗੁਰੂ ਮੰਤਰ, ਉਹ ਇੱਕ ਨਹੀਂ, ਸਾਰਾ ਸੰਸਾਰ ਹੀ ਉਦਾਹਰਨ ਦੀ ਸ਼ਕਤੀ ਮੰਤਰ ਰੱਖਦਾ ਹੈ। ਉਹਨਾਂ ਦੇ ਜਪਣੇ ਕਰਕੇ ਕਿੰਨੇ ਕੁ ਹੋਰ ਉਹਨਾਂ ਦੀ ਸੰਗਤ ਕਰਕੇ ਹੀ ਛੁੱਟ ਜਾਂਦੇ। ਜਿਹੜੇ ਨਾਮ ਰਸੀਏ ਗੁਰਮੁਖ ਹੈ, ਕਿਉਂ ਛੁੱਟ ਜਾਂਦੇ? ਉਹਨਾਂ ਦੀ ਸੰਗਤ ਕਰਕੇ। ਕਿਉਂਕਿ ਮਹਾਰਾਜ ਕਹਿੰਦੇ ਚੰਦਨ ਨਿਕਟ ਸਭ ਚੰਦਨ ਹੋਈ ਹੈ। ਚੰਦਨ ਦੇ ਨੇੜੇ ਜਿਹੜਾ ਵੀ ਰੁੱਖ ਹੁੰਦਾ ਹੈ, ਚੰਦਨ ਉਹਨੂੰ ਚੰਦਨ ਬਣਾ ਦਿੰਦਾ ਹੈ, ਉਹਦੇ ਵਿੱਚ ਖੁਸ਼ਬੂ ਭਰ ਦਿੰਦਾ ਹੈ। ਪਰ ਸਾਧ ਸੰਗਤ ਜੀ, ਇੱਕ ਰੁੱਖ ਹੁੰਦਾ ਜਿਹਦੇ ਵਿੱਚ ਚੰਦਨ ਦੀ ਖੁਸ਼ਬੂ ਨਹੀਂ ਪ੍ਰਵੇਸ਼ ਕਰਦੀ, ਉਹ ਹੈ ਬਾਂਸ ਦਾ ਰੁੱਖ। ਉਹਦੇ ਵਿੱਚ ਚੰਦਨ ਦੀ ਖੁਸ਼ਬੂ ਕਿਉਂ ਨਹੀਂ ਪ੍ਰਵੇਸ਼ ਕਰਦੀ? ਸਾਧ ਸੰਗਤ ਜੀ, ਉਹਦੇ ਔਗਣ ਹਨ, ਤਾਂ ਕਰਕੇ ਉਹਦੇ ਵਿੱਚ ਚੰਦਨ ਦੀ ਖੁਸ਼ਬੂ ਨਹੀਂ ਪ੍ਰਵੇਸ਼ ਕਰਦੀ। ਕਬੀਰ ਸਾਹਿਬ ਜੀ ਨੇ ਇਹ ਸ਼ਬਦ ਕਹੇ ਨੇ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜੇ ਢਾਕ ਪਲਾਸ, ਹੋਏ ਪੀ ਚੰਦਨ ਹੋਏ ਰਹੇ, ਬਸੈ ਜੋ ਚੰਦਨ ਪਾਸ। ਜਿਹੜੇ ਚੰਦਨ ਦੇ ਪਾਸ ਰਹਿੰਦੇ ਐ, ਉਹ ਚਾਹੇ ਨਿੰਮ ਕਿੰਨੀ ਕੌੜੀ ਹੁੰਦੀ, ਪਰ ਉਹ ਵੀ ਚੰਦਨ ਦੀ ਖੁਸ਼ਬੂ ਦੇਣ ਲੱਗ ਜਾਂਦੀ ਹੈ। ਜਿਹੜੇ ਭਾਵ ਭਗਤੀ ਵਾਲੇ ਗੁਰਸਿੱਖ ਨੇ, ਨਾਮ ਦੇ ਰਸ ਵਾਲੇ ਗੁਰਸਿੱਖ ਨੇ, ਜਿਨ੍ਹਾਂ ਨੇ ਪ੍ਰਭੂ ਨੂੰ ਜਾਤਾ ਏ, ਉਹਨਾਂ ਦੀ ਸੰਗਤ ਕਰਨ ਨਾਲ ਸਾਧ ਸੰਗਤ ਜੀ, ਚਾਹੇ ਕਿੰਨੇ ਕੌੜੇ ਸੁਭਾਅ ਨਿੰਮ ਦੀ ਨਿਆਈ ਹੋਣ, ਉਹਨਾਂ ਦੀ ਸੰਗਤ ਕਰਕੇ ਉਹਦੇ ਵਿੱਚ ਵੀ ਭਾਵ ਭਗਤੀ ਦੀ ਖੁਸ਼ਬੂ ਪ੍ਰਵੇਸ਼ ਹੋ ਜਾਂਦੀ। ਜਿਹੜੇ ਕਿੱਕਰ ਦਾ ਰੁੱਖ ਵਾ, ਕਿੰਨੇ ਕੰਡੇ ਹੁੰਦੇ ਆ, ਸੁਭਾਅ ਹੁੰਦਾ ਕਈਆਂ ਦਾ ਈਰਖਾ ਦੇ ਕੰਡੇ ਹੀ ਮਾਰਨ ਵਾਲਾ, ਪਰ ਜੇ ਕਰਕੇ ਉਹ ਵੀ ਸੰਗਤ ਕਰਨਾ ਤੇ ਉਹਨਾਂ ਦੇ ਅੰਦਰ ਵੀ ਭਾਵ ਭਗਤੀ ਦੀ ਖੁਸ਼ਬੂ ਪ੍ਰਵੇਸ਼ ਹੋ ਜਾਂਦੀ ਹੈ। ਪਰ ਇੱਕੋ ਇੱਕ ਬਾਂਸ ਦਾ ਰੁੱਖ ਹੈ ਜਿਹਦੇ ਵਿੱਚ ਚੰਦਨ ਦੀ ਖੁਸ਼ਬੂ ਨਹੀਂ ਪ੍ਰਵੇਸ਼ ਕਰਦੀ। ਚੰਦਨ ਦੇ ਨੇੜੇ ਹੁੰਦਾ ਹੋਇਆ ਵੀ ਉਹ ਚੰਦਨ ਦੀ ਖੁਸ਼ਬੂ ਨਹੀਂ ਲੈ ਸਕਦਾ। ਕਬੀਰ ਸਾਹਿਬ ਜੀ ਕਹਿੰਦੇ ਇਹਦਾ ਕਾਰਨ ਹੈ ਜੀ, ਕੀ ਕਾਰਨ ਹੈ, ਕਿਉਂ ਨਹੀਂ ਉਹਦੇ ਵਿੱਚ ਖੁਸ਼ਬੂ ਪ੍ਰਵੇਸ਼ ਕਰਦੀ? ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਬਾਂਸ ਵਡਾਈ ਬੂਡਿਆ, ਇਉਂ ਮਤ ਡੂਬੋ ਕੋਇ, ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਨੇੜੇ ਵਸਦਾ ਹੈ ਬਾਂਸ, ਸਗਲ ਸੰਸਾਰ ਉਧਰੈ ਤਿਨ ਮੰਤ। ਉਹਨਾਂ ਦੇ ਮੰਤ ਸਲਾਹ ਨੂੰ ਵੀ ਕਹਿੰਦੇ ਆ, ਮਸ਼ਵਰੇ ਨੂੰ ਵੀ ਕਹਿੰਦੇ ਆ। ਉਹਨਾਂ ਦੀ ਦਿੱਤੀ ਹੋਈ ਸਿੱਖਿਆ ਨਾਲ ਸਾਰਾ ਸੰਸਾਰ ਉਧਰ ਸਕਦਾ ਹੈ, ਜਿਸ ਨੇ ਆਪ ਨਾਮ ਰਸ ਨੂੰ ਪਾਇਆ ਹੈ। ਇੱਕ ਦੋ ਦੀ ਕੀ ਗਿਣਤੀ ਹੈ? ਹਜ਼ੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸੰਸਾਰ ਨੂੰ ਉਧਾਰ ਸਕਦੇ ਆ। ਪਰ ਸਲਾਹ ਮੰਨੇ ਜਿਹੜਾ, ਸਿੱਖਿਆ ਨੂੰ ਮੰਨ ਲਵੇ ਜਿਹੜਾ। ਬਾਂਸ ਦਾ ਔਗਣ ਦੱਸਿਆ ਕਬੀਰ ਸਾਹਿਬ ਨੇ, ਕਹਿੰਦੇ ਬਾਂਸ ਵਡਾਈ ਬੂਡਿਆ। ਬੂਡਿਆ ਦਾ ਅਰਥ ਹੁੰਦਾ ਡੁੱਬ ਗਿਆ। ਕਾਹਦੇ ਵਿੱਚ? ਆਪਣੇ ਉੱਚੇ ਪੁਣੇ ਦੀ ਵਡਿਆਈ ਵਿੱਚ। ਉਹ ਚੰਦਨ ਨੂੰ ਕਹਿੰਦਾ ਹੈ, ਤੂੰ ਐਵੇਂ ਛੋਟਾ ਜਿਹਾ ਹੈਗਾ, 52 ਉਂਗਲਾਂ ਤੇਰਾ ਕੱਦ ਨਹੀਂ, ਤੂੰ ਮੇਰੀ ਰੀਸ ਕਰਦਾ, ਤੂੰ ਮੇਰੀ ਬਰਾਬਰਤਾ ਕਰਦਾ। ਵੇਖ ਮੇਰਾ ਕੱਦ ਕਿੱਡਾ ਉੱਚਾ ਲੰਮਾ, ਤੂੰ ਮੇਰੀ ਬਰਾਬਰਤਾ ਕਿਵੇਂ ਕਰ ਸਕਦਾ? ਸਾਧ ਸੰਗਤ ਜੀ, ਇਸੇ ਤਰ੍ਹਾਂ ਜਿਹੜੇ ਹੰਕਾਰ ਕਰਦੇ ਆ ਨਾ ਆਪਣੇ ਧਨ ਦਾ, ਪਦਾਰਥਾਂ ਦਾ, ਉਹ ਰੱਬ ਦੇ ਪਿਆਰਿਆਂ ਦੀ ਨਿਰਮਾਣਤਾ ਵੇਖ ਕੇ, ਉਹਨਾਂ ਦੇ ਅੰਦਰ ਭਾਵ ਭਗਤੀ ਵੇਖ ਕੇ ਸਗੋਂ ਉਹਨਾਂ ਨੂੰ ਨਿਮਰਤਾ ਨਹੀਂ ਆਉਂਦੀ, ਸਗੋਂ ਉਹਨਾਂ ਦੇ ਅੰਦਰ ਮਾਣ ਫੁਰਦਾ ਵੀ ਸਾਡੇ ਕੋਲ ਇੰਨਾ ਧਨ ਪਦਾਰਥ, ਇਹ ਸਾਡੇ ਕਿਵੇਂ ਬਰਾਬਰ ਹੋ ਸਕਦਾ ਹੈ। ਜਿੰਨਾ ਚਿਰ ਨਿਰਮਾਣਤਾ ਨਹੀਂ ਆਉਂਦੀ, ਨੀਵੇਂ ਪਾਸੇ ਹੀ ਪਾਣੀ ਆਉਂਦਾ ਨਾ,
ਗੁਣ ਕਿਵੇਂ ਆ ਸਕਦੇ ਆ? ਫਿਰ ਬਾਂਸ ਦਾ ਵੱਡਾ ਔਗਣ ਹੈ, ਹੰਕਾਰ ਕਰਦਾ ਹੈ। ਜੀਵ ਆਪਣੇ ਉੱਚੇ ਪੁਣੇ ਦਾ ਹੰਕਾਰ ਕਰਦਾ ਸੰਸਾਰ ਦੇ ਅੰਦਰ ਕਿ ਮੇਰੇ ਬਰਾਬਰ ਕੋਈ ਨਹੀਂ। ਇਹ ਹੰਕਾਰ ਹੀ ਨਹੀਂ ਛੁਟਕਦਾ, ਜਿਸ ਕਰਕੇ ਕਿ ਗੁਰੂ ਸਾਹਿਬ ਦੇ ਕੋਲੋਂ ਭਾਵ ਭਗਤੀ ਨਹੀਂ ਪ੍ਰਾਪਤ ਹੁੰਦੀ। ਨਾਮ ਰਸੀਏ ਗੁਰਸਿੱਖਾਂ ਦੇ ਗੁਣ ਨਹੀਂ ਸਾਡੇ ਅੰਦਰ ਪ੍ਰਵੇਸ਼ ਕਰਦੇ। ਬਾਂਸ ਦੇ ਅੰਦਰ ਔਗਣ ਹੁੰਦੇ ਆ। ਕਿੰਨੇ ਔਗਣ ਨੇ? 5 ਔਗਣ ਮੰਨੇ ਆ। ਇੱਕ ਤਾਂ ਉਹ ਉੱਚੇ ਪੁਣੇ ਦਾ ਔਗਣ ਹੈ, ਉਹਦੇ ਵਿੱਚ ਕਿ ਉਹ ਬੜਾ ਉੱਚਾ ਹੁੰਦਾ ਹੈ। ਫਿਰ ਸਾਧ ਸੰਗਤ ਜੀ ਉਹਦੇ ਵਿੱਚ ਦੂਸਰਾ ਔਗਣ ਹੈ ਕਿ ਅੰਦਰੋਂ ਖੋਖਲਾ ਹੁੰਦਾ ਹੈ, ਪੋਲਾ ਹੁੰਦਾ ਹੈ ਅੰਦਰੋਂ। ਤੇ ਫਿਰ ਤੀਸਰਾ ਔਗਣ ਹੈ ਕਿ ਉਹਦੇ ਵਿੱਚ ਛਿਲਤਰਾ ਹੁੰਦੀਆਂ। ਚੌਥਾ ਔਗਣ ਹੈ ਕਿ ਉਹਦੇ ਵਿੱਚ ਗੰਢਾਂ ਹੁੰਦੀਆਂ। ਪੰਜਵਾਂ ਔਗਣ ਹੈ ਜਦੋਂ ਚੱਲਦੀ ਨਾ ਹਵਾ ਤੇ ਆਪਸ ਵਿੱਚ ਹੀ ਘਸਰ ਕੇ ਸਾਰੀ ਆਪਣੀ ਹੀ ਕੁੱਲ ਨੂੰ ਨਾਸ ਕਰ ਸਿੱਟਦਾ, ਅੱਗ ਪੈਦਾ ਕਰ ਦਿੰਦਾ ਤੇ ਉਸ ਅੱਗ ਵਿੱਚ ਸਾਰੇ ਦਾ ਸਾਰਾ ਜੰਗਲ ਹੀ ਸਾੜ ਕੇ ਸੁਆਹ ਕਰ ਸਿੱਟਦਾ। ਇਹ ਬਾਂਸ ਦੇ ਔਗਣ ਹੈ। ਅਸਲ ਵਿੱਚ ਇਹ ਬਾਂਸ ਦੇ ਔਗਣ ਕਬੀਰ ਸਾਹਿਬ ਨੇ ਕੱਢ ਕੇ ਮਨਮੁਖ ਦੇ ਲੱਛਣ ਦੱਸੇ ਕਿ ਬਈ ਕਿਉਂ ਨਹੀਂ ਉਹ ਰੱਬ ਦੇ ਪਿਆਰਿਆਂ ਦੀ ਸਿੱਖਿਆ ਲੈ ਕੇ ਉਹ ਵੀ ਭਜਨ ਵਿੱਚ ਲੱਗਦੇ, ਕਿਉਂਕਿ ਉਹਨਾਂ ਵਿੱਚ ਇਹ ਔਗਣ ਹੁੰਦੇ ਆ। ਹੁਣ ਉਹ ਔਗਣ ਬਾਂਸ ਵਾਲੇ ਵੇਖੀਏ, ਜਿਸ ਤਰ੍ਹਾਂ ਉੱਚੇ ਪੁਣੇ ਦਾ ਮਾਣ ਹੈ, ਫਿਰ ਕਿਵੇਂ ਭਾਵ ਭਗਤੀ ਦਾ ਪ੍ਰਸਾਦ ਮਿਲੇ। ਫਿਰ ਸਾਧ ਸੰਗਤ ਜੀ, ਜਿਵੇਂ ਬਾਂਸ ਅੰਦਰੋਂ ਖੋਖਲਾ ਹੁੰਦਾ ਨਾ, ਸੁਣ ਲੈਂਦੇ ਆ ਸਾਰੀ ਗੱਲਬਾਤ, ਕਹਿੰਦੇ ਲੈ ਪਤਾ ਹੈ ਮੈਨੂੰ ਸਭ ਕੁਝ ਪਤਾ ਹੈ। ਧਾਰਨ ਕਰਨ ਤੋਂ ਖੋਖਲੇ ਹੈ, ਧਾਰਨ ਨਹੀਂ ਕਰ ਸਕਦੇ, ਕਮਾ ਨਹੀਂ ਸਕਦੇ। ਤੇ ਜੇ ਕੋਈ ਪਹਿਲੋਂ ਗੱਲ ਦੱਸਣ ਹੀ ਲੱਗੇ, ਸਿੱਖਿਆ ਸ਼ੁਭ ਕਹਿਣ ਹੀ ਲੱਗੇ, ਤਾਂ ਕਹਿੰਦੇ ਪਤਾ ਹੈ, ਸਾਰਾ ਬਹੁਤ ਸੁਣੀ ਹੈ ਕਥਾ, ਸਾਨੂੰ ਸਭ ਸਮਝ ਹੈ। ਪਰ ਅੰਦਰੋਂ ਜੀਵਨ ਖੋਖਲੇ ਹੈ, ਪਿਆਰ ਵਾਲੇ ਨਹੀਂ ਹਨ, ਧਾਰਨ ਕਰਨ ਤੋਂ ਰਹਿਤ ਹਨ। ਫਿਰ ਜਿਵੇਂ ਬਾਂਸ ਵਿੱਚ ਗੰਢਾਂ ਹੁੰਦੀਆਂ ਨਾ, ਉਹਨਾਂ ਦੇ ਜੀਵਨ ਵਿੱਚ ਸ਼ੰਕਿਆਂ ਦੀਆਂ ਹੀ ਗੰਢਾਂ ਪਈਆਂ ਰਹਿੰਦੀਆਂ। ਸ਼ੰਕਾ ਹੀ ਕਰੀ ਜਾਣਾ, ਇਹ ਕਿਵੇਂ ਹੋ ਸਕਦਾ ਹੈ, ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਨੂੰ ਹੀ ਕਹਿੰਦੇ ਆ ਕਿ ਇਹ ਤਾਂ 2-4 ਸਾਖੀਆਂ ਠੀਕ ਹੈ, ਬਾਕੀ ਸਭ ਗਲਤ ਹੀ ਹੈ। ਸ਼ੰਕੇ ਹੀ ਮਨ 'ਚ ਪਏ ਰਹਿੰਦੇ ਆ। ਇਹ ਵੱਡਾ ਸ਼ੰਕਾ ਪਿਆ ਰਹਿੰਦਾ ਕਿ ਪਰਮੇਸ਼ਰ ਹੈ ਕਿ ਨਹੀਂ ਹੈ। ਜੇ ਹੋਵੇ ਤਾਂ ਕਹਿੰਦੇ ਦਿਸੇ ਨਾ, ਹੈ ਹੀ ਨਹੀਂ, ਰੱਬ ਹੀ ਨਹੀਂ ਹੈ, ਪਰਮੇਸ਼ਰ ਤੋਂ ਹੀ ਮੁਨਕਰ ਹੋਏ ਬੈਠੇ ਹੈ। ਇਹ ਸ਼ੰਕੇ ਹੈ ਮਨ ਦੇ ਅੰਦਰ। ਫਿਰ ਮੈਲਾ ਹੋਣ ਕਰਕੇ ਸ਼ੰਕੇ ਜਾਂਦੇ ਨਹੀਂ, ਦਿਨ ਦਿਨ ਵੱਧਦੇ ਰਹਿੰਦੇ ਹੈ। ਕੋਈ ਬਾਣੀ ਦੇ ਸੁਣਨ ਦਾ ਸੁਭਾਅ ਨਹੀਂ, ਗੁਰਸਿੱਖਾਂ ਅੱਗੇ ਨਿਮਰਤਾ ਧਾਰ ਕੇ ਮਿਲਣ ਦਾ ਸੁਭਾਅ ਨਹੀਂ, ਤੇ ਸ਼ੰਕੇ ਕਿਵੇਂ ਨਾਸ਼ ਹੋਣ? ਗੰਢਾਂ ਵੱਧਦੀਆਂ ਰਹਿੰਦੀਆਂ। ਫਿਰ ਇਹ ਸ਼ੰਕਿਆਂ ਰੂਪੀ ਗੰਢਾਂ ਹੋਣ ਕਰਕੇ ਜਿਹੜੀਆਂ ਬਾਂਸ ਵਿੱਚ ਜਿਵੇਂ ਗੰਢਾਂ ਹੁੰਦੀਆਂ, ਤਾਂ ਵੀ ਭਾਵ ਭਗਤੀ ਦੀ ਖੁਸ਼ਬੂ ਨਹੀਂ ਅੰਦਰ ਪ੍ਰਵੇਸ਼ ਕਰਦੀ। ਫਿਰ ਸਾਧ ਸੰਗਤ ਜੀ, ਛਿਲਤਰਾ ਹੁੰਦੀਆਂ ਬਾਂਸ ਦੀਆਂ, ਇਹ ਵੀ ਈਰਖਾ ਦੀਆਂ ਛਿਲਤਰਾ ਮਾਰਦਾ ਰਹਿੰਦਾ ਹੈ, ਹਟਦਾ ਹੀ ਨਹੀਂ। ਮਨ ਨੂੰ ਇਹਨੂੰ ਸੁੱਖ ਬੜਾ ਮਿਲਦਾ, ਸੁੱਖ ਨਹੀਂ ਹੁੰਦਾ, ਅਸਲ ਵਿੱਚ ਉਹ ਦੁੱਖ ਹੀ ਭੋਗ ਰਿਹਾ ਹੁੰਦਾ ਹੈ। ਕਿਸੇ ਨਾਲ ਈਰਖਾ ਕਰਕੇ ਕਦੇ ਕਿਸੇ ਨੂੰ ਸ਼ਾਂਤੀ ਆਈ ਹੈ? ਨਹੀਂ, ਕਦੇ ਵੀ ਨਹੀਂ ਆਈ। ਇਹ ਈਰਖਾ ਰੂਪੀ ਛਿਲਤਰਾ ਮਾਰਦਾ, ਜਿਸ ਕਰਕੇ ਇਹਨੂੰ ਭਾਵ ਭਗਤੀ ਦੀ ਖੁਸ਼ਬੂ ਨਹੀਂ ਪ੍ਰਾਪਤ ਹੁੰਦੀ। ਫਿਰ ਸਾਧ ਸੰਗਤ ਜੀ, ਜਿਵੇਂ ਬਾਂਸ ਕਸਰ ਕੇ ਅੱਗ ਪੈਦਾ ਕਰ ਦਿੰਦਾ ਨਾ, ਇਵੇਂ ਕ੍ਰੋਧ ਦੇ ਨਾਲ ਆਪਸ ਵਿੱਚ ਹੀ ਖਹਿ ਕੇ ਆਪਣੇ ਘਰ ਨੂੰ ਹੀ ਬਰਬਾਦ ਕਰ ਸਿੱਟਦਾ ਹੈ। ਗੁੱਸੇ ਵਿੱਚ ਆ ਕਰਕੇ ਘਰ 'ਚ ਹੀ ਇਹੋ ਜਿਹੀ ਲੜਾਈ ਕਰ ਲੈਂਦਾ ਹੈ ਕਿ ਆਪਣੇ ਘਰ ਦੇ ਜੀਵਨ ਨੂੰ ਹੀ ਤੈਸ਼ ਨੈਸ਼ ਕਰ ਲੈਂਦਾ ਹੈ। ਕੁੱਲ ਘਾਤੀ ਹੈ ਨਾ ਬਾਂਸ। ਇਵੇਂ ਹੀ ਮਨਮੁਖ ਇਹੋ ਜਿਹਾ ਕੁੱਲ ਘਾਤੀ ਹੁੰਦਾ ਹੈ। ਉਹ ਸਤਿਪੁਰਸ਼ਾਂ ਦੀ ਸਿੱਖਿਆ ਨਾਲ ਉਧਾਰ ਨਹੀਂ ਆਪਣਾ ਕਰ ਪਾਉਂਦੇ। ਉਹਨਾਂ ਵਿੱਚ ਭਾਵ ਭਗਤੀ ਦੀ ਖੁਸ਼ਬੂ ਨਹੀਂ ਪ੍ਰਾਪਤ ਹੁੰਦੀ, ਉਹਨਾਂ ਦਾ ਉਧਾਰ ਨਹੀਂ ਹੁੰਦਾ ਸੰਸਾਰ ਤੋਂ। ਪਰ ਜਦੋਂ ਕੋਈ ਨਿਮਰਤਾ ਨਾਲ ਸੰਗਤ ਕਰਦਾ ਹੈ, ਜਿਵੇਂ ਕਈ ਪ੍ਰਕਾਰ ਦੇ ਬੂਟੇ ਸਭ ਚੰਦਨ ਦਾ ਰੂਪ ਹੋ ਜਾਂਦੇ ਹੈ, ਇਸ ਤਰ੍ਹਾਂ ਸਾਰੇ ਜੀਵ ਸੰਸਾਰ ਦੇ ਮਹਾਰਾਜ ਕਹਿੰਦੇ ਭਾਈ ਉਧਰ ਜਾਂਦੇ ਹੈ
ਤਿਸ ਸਤਿਗੁਰੂ ਜੀ ਦੇ ਮੰਤਰ ਕਰਕੇ। ਜਿਹੜਾ ਮੰਤਰ ਉਹਨਾਂ ਆਪ ਜਪਿਆ ਨਾ, ਇਹ ਰੱਬ ਦੇ ਪਿਆਰੇ ਦੀ ਨਿਸ਼ਾਨੀ ਹੁੰਦੀ ਹੈ। ਕਈ ਨਾ ਥੋੜੀ ਜਿੰਨੀ ਸ਼ਕਤੀ ਪਾ ਕੇ ਤੇ ਮੁੜ ਆਪਣੇ ਹੀ ਮੰਤਰ ਬਣਾ ਲੈਂਦੇ ਆ, ਫਿਰ ਆਪਣੇ ਪਿੱਛੇ ਲਾਉਣ ਲੱਗ ਜਾਂਦੇ ਆ, ਆਪਣੇ ਤਰੀਕੇ ਦੱਸਣ ਲੱਗ ਜਾਂਦੇ ਆ ਕਿ ਤੂੰ ਆਹ ਤਰੀਕਾ ਕਰੀ, ਆਹ ਤਰੀਕਾ ਅਪਣਾਵੀਂ। ਤੇ ਆਪਣੇ ਤਰੀਕੇ ਨਾਲ ਜਦੋਂ ਚਲਾਉਣ ਲੱਗਦੇ ਆ, ਉਹ ਤਾਂ ਫਿਰ ਉਹਨੇ ਆਪ ਦਾ ਪੰਥ ਤੋਰ ਲਿਆ ਨਾ। ਰੱਬ ਦੇ ਪਿਆਰੇ ਕੋਈ ਵੱਖਰਾ ਪੰਥ ਨਹੀਂ ਤੋਰਦੇ, ਉਹ ਪਰਮੇਸ਼ਰ ਦੇ ਪੰਥ ਦੇ ਰਾਹ ਦੇ ਉੱਤੇ ਚਲਾਉਂਦੇ ਆ। ਜਿਹੜੇ ਮੰਤਰ ਨਾਲ ਆਪਣੇ ਆਪ ਨੂੰ ਗਿਆਨ ਹੋਇਆ, ਜਿਹੜਾ ਗੁਰੂ ਮੰਤਰ ਜਪ ਕੇ, ਉਹੋ ਹੀ ਗੁਰਸਿੱਖਾਂ ਨੂੰ ਕਹਿੰਦੇ ਆ ਭਾਈ ਤੂੰ ਵੀ ਜਪਿਆ ਕਰ। ਤੇ ਜਿਹੜਾ ਆਪ ਜਪਦਾ ਦੂਸਰੇ ਨੂੰ ਜਪਾਉਂਦਾ ਹੈ, ਮਹਾਰਾਜ ਨੇ ਕਿਹਾ ਜਨ ਨਾਨਕ ਧੂਰ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਹਜੂਰ ਕਹਿੰਦੇ ਅਸੀਂ ਉਸ ਗੁਰਸਿੱਖ ਦੇ ਚਰਨਾਂ ਦੀ ਧੂੜ ਮੰਗਦੇ ਹਾਂ ਜੋ ਆਪ ਨਾਮ ਜਪਦਾ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ। ਸਗਲ ਸੰਸਾਰ ਉਧਰੈ ਤਿਨ ਮੰਤ। ਉਹਨਾਂ ਦੇ ਮੰਤ ਸਲਾਹ ਕਰਕੇ, ਸਿੱਖਿਆ ਕਰਕੇ, ਉਹਨਾਂ ਦੇ ਜਪੇ ਹੋਏ ਮੰਤਰ ਦੇ ਕਰਕੇ ਸਾਰਾ ਸੰਸਾਰ ਹੀ ਮਹਾਰਾਜ ਕਹਿੰਦੇ ਭਾਈ ਉਧਰ ਜਾਂਦਾ, ਕਲਿਆਣ ਨੂੰ ਪ੍ਰਾਪਤ ਹੁੰਦਾ ਏ।